ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਦਰਸ਼ਕੋ, आज शुरू करते हैं अध्याय नंबर 9, तीसरी रुत सूर्य प्रकाश ग्रंथ की। ਇਹਦਾ 9ਵਾਂ ਅਧਿਆਇ ਜਿਹੜਾ ਸ਼ੁਰੂ ਹੁੰਦਾ ਹੈ ਸੁਪਨ ਦਰਸ਼ਨ ਤੋਂ। ਸੁਪਨ ਦਰਸ਼ਨ ਤੋਂ ਭਾਵ ਹੈ ਸੁਪਨੇ ਵਿੱਚ ਦੇਵੀ ਦੇ ਦਰਸ਼ਨ ਹੋਣੇ। 8 ਅਧਿਆਇ ਪਹਿਲਾਂ ਸਮਾਪਤ ਕਰ ਚੁੱਕੇ ਹਾਂ। ਸ਼ੁਰੂ ਕਰਦੇ ਹਾਂ ਇਹ 9ਵਾਂ ਅਧਿਆਇ। ਇਹ ਹੈ ਤੀਸਰੀ ਰੁੱਤ ਦਾ 9ਵਾਂ ਅਧਿਆਇ। ਇਹ ਉੱਪਰ ਲਿਖਿਆ ਹੋਇਆ ਨੰਬਰ 9 ਸੁਪਨ ਦਰਸ਼ਨ। ਤੇ ਇੱਥੇ ਕਵੀ ਸੰਤੋਖ ਸਿੰਘ 10ਵੇਂ ਪਾਤਸ਼ਾਹ ਨੂੰ ਸੁਪਨੇ ਵਿੱਚ ਦੇਵੀ ਦੇ ਦਰਸ਼ਨ ਕਰਵਾ ਰਿਹਾ, ਦੁਰਗਾ ਦੇਵੀ ਦੇ। ਤੇ ਸ਼ੁਰੂ ਹੁੰਦਾ ਦੋਹਰਾ ਜਿਹੜਾ करते हमन विधान को बीत गए पंच मास सौज हज़ारों मन परी पावक पए प्रकाश। ਇਹਦੇ ਵਿੱਚ ਦੱਸਿਆ ਕਿ ਹਵਨ ਦੀਆਂ ਵਿਧੀਆਂ ਕਰਦਿਆਂ 5 ਮਹੀਨੇ ਲੰਘ ਚੁੱਕੇ ਆ ਤੇ ਹਜ਼ਾਰਾਂ ਮਣ ਸਮੱਗਰੀ ਜਿਹੜੀ ਆ, ਘਿਓ ਬਦਾਮ ਆਦਿਕ, ਉਹ ਸਾਰੇ ਅੱਗ ਦੀ ਭੇਂਟ ਜਿਹੜੇ ਆ ਉਹ ਚੜ ਚੁੱਕੇ ਆ। ਅੱਗੇ ਨੰਬਰ 3 ਜੋ ਬੰਦ ਹੈ ਇਹਦੇ ਵਿੱਚ ਲਿਖਿਆ ਨਿਸ਼ਮੈ ਦੇਵੀ ਦਰਸ਼ਨ ਜੋਵਾ ਸੁਪਨ ਵਿਖੇ ਮਿਲ ਕਰ ਜਗਮਾਈ। ਤੇ ਇੱਥੇ ਸ਼ੁਰੂ ਹੁੰਦਾ ਪੰਜ ਪਹਿਰ ਕੋ 9 ਦਿਨ ਹੋਵਾ ਨਿਸ਼ਮੈ ਦੇਵੀ ਦਰਸ਼ਨ ਜੋਵਾ ਸੁਪਨ ਵਿਖੇ ਮਿਲ ਕਰ ਜਗਮਾਈ ਨਿਜ ਆਵਨ ਕੋ ਦਿਓ ਬਤਾਈ। ਜਿਹੜਾ ਤੀਜਾ ਨੰਬਰ ਬੰਦ ਹੈ ਇਹਦੇ ਵਿੱਚ ਦੱਸਿਆ ਕਿ 9ਵੀਂ ਥਿੱਤ ਵਾਲੇ ਦਿਨ 5 ਪਹਿਰ ਰੋਜ਼ ਪੂਰਾ ਕਰਦਿਆਂ 9 ਦਿਨ ਹੋ ਗਏ ਤੇ ਰਾਤ ਸਮੇਂ ਦੇਵੀ ਦੇ ਦਰਸ਼ਨ ਹੋਏ। ਨਿਸ਼ ਮਤਲਬ ਰਾਤ ਹੁੰਦਾ, ਨਿਸ਼ਮੈ ਦੇਵੀ ਦਰਸ਼ਨ ਜੋਵਾ। ਤੋ ਰਾਤ ਨੂੰ ਗੁਰੂ ਜੀ ਨੂੰ ਦੇਵੀ ਦੇ ਦਰਸ਼ਨ ਕਰਵਾ ਦਿੱਤੇ ਕਵੀ ਨੇ ਸੁਪਨੇ ਵਿੱਚ। ਤੇ ਜਗ ਮਾਤਾ ਨੇ ਆਪਣੇ ਆਉਣ ਬਾਰੇ ਸੁਪਨੇ ਵਿੱਚ ਵੀ ਦੱਸ ਦਿੱਤਾ ਕਿ ਮੈਂ ਆਉਂਗੀ, ਤੁਸੀਂ ਮੇਰੀ ਪੂਜਾ ਕਰਦੇ ਰਹੋ ਤੇ ਮੈਂ ਤੁਹਾਡੇ ਕੋਲ ਦਰਸ਼ਨ ਦੇਣ ਵਾਸਤੇ ਆਉਂਗੀ। ਸੁਪਨ ਵਿਖੇ ਮਿਲ ਕਰ ਜਗ ਮਾਈ। ਇਹ ਜਗ ਮਾਈ ਜਾਂ ਜਗ ਮਾਤਾ, ਲੋਕ ਮਾਤਾ, ਜਗਤ ਮਾਤਾ, ਇਹ ਦਸ਼ਮ ਗ੍ਰੰਥ ਵੀ ਇਸੇ ਤਰ੍ਹਾਂ ਆਇਆ ਹੋਇਆ। ਤੇ ਦੁਰਗਾ ਮਾਈ, ਦੁਰਗਾ ਦੇਵੀ ਵਾਸਤੇ, ਪਾਰਵਤੀ ਮਾਈ ਵਾਸਤੇ ਸਾਰੇ ਸ਼ਬਦ ਜਿਹੜੇ ਵਰਤੇ ਗਏ ਆ। ਤੇ ਚੌਥਾ ਬੰਦ ਜਿਹੜਾ ਹੈ, ਹੁਣ ਦੇਵੀ ਜਿਹੜੀ ਆ ਗੁਰੂ ਜੀ ਨੂੰ ਪੁੱਤਰ ਕਹਿੰਦੀ ਆ। ਦੇਖੋ ਕਵੀ ਕਹਿੰਦਾ ਹੈ ਕਿ ਦੇਵੀ ਨੇ ਗੁਰੂ ਜੀ ਨੂੰ ਪੁੱਤਰ ਕਹਿ ਕੇ ਸੰਬੋਧਨ ਕੀਤਾ। ਤੇ ਇੱਥੇ ਲਿਖਿਆ ਹੈ ਸੁੱਤ ਹੋਮੋ ਮੰਤਰ ਸਮੇਤਾ ਧਰੋ ਧਿਆਨ ਮੁਝ ਆਵਨ ਹੇਤਾ ਸਮੋ ਹੋਏ ਦਰਸ਼ਨ ਕੋ ਜਬੈ ਇੱਕ ਵਾਰ ਆਵਨ ਚਲ ਤਬੈ। ਇਹ ਚੌਥਾ ਬੰਦ ਹੈ। ਤੋ ਦੁਰਗਾ ਕਹਿਣ ਲੱਗੀ, ਹੇ ਪੁੱਤਰ ਕਾਲੀਕੀਤਰ ਦਸ਼ਮੇਸ਼ ਪੁੱਤਰ, ਮੰਤਰ ਪੜ੍ਹਦੇ ਰਹੋ, ਮੇਰਾ ਧਿਆਨ ਧਰਦੇ ਰਹੋ, ਜੋ ਸਮਾਂ ਆਊਗਾ ਤੇ ਮੈਂ ਚੱਲ ਕੇ ਦਰਸ਼ਨ ਦੇਣ ਵਾਸਤੇ ਆਵਾਂਗੀ। ਇਹ ਹੈ ਕਵੀ ਸੰਤੋਖ ਸਿੰਘ ਦਾ 10ਵੇਂ ਪਾਤਸ਼ਾਹ ਬਾਰੇ ਵਿਚਾਰ। ਇੰਨੇ ਭੈੜੇ ਵਿਚਾਰ, ਇੰਨੇ ਗੁਰਮਤਿ ਦੇ ਵਿਰੋਧੀ ਵਿਚਾਰ ਉਹਨੂੰ ਕਿਵੇਂ ਸੁੱਝ ਗਏ, ਕਿਵੇਂ ਉਹਨੂੰ ਲਿਖ ਮਾਰਿਆ, ਇਹ ਬੜੀ ਹੈਰਾਨੀ ਦੀ ਗੱਲ ਹੈ। ਇਹ ਗੁਰੂ ਜੀ ਦੀ ਥਾਂ ਨਰਾਦਰੀ ਉਸਨੇ 10ਵੇਂ ਪਾਤਸ਼ਾਹ ਦੀ ਕੀਤੀ ਹੋਈ ਹੈ। ਤੇ ਕਥਾ ਕਰਨ ਵਾਲੇ ਇਹ ਗੱਲਾਂ ਨਹੀਂ ਦੱਸਦੇ, ਉਹ ਜਿੱਥੇ ਕੋਈ ਇੱਦਾਂ ਦੀ ਗੱਲ ਆਉਂਦੀ ਹੈ ਉਹ ਸਕਿਪ ਕਰਕੇ ਗਾਂਹ ਚਲੇ ਜਾਂਦੇ ਹਨ। ਭਾਵੇਂ ਇਹ ਕਥਾ ਜਿਹੜੀ ਗੁਰਦੁਆਰਿਆਂ ਵਿੱਚ ਇਹਦੀ ਚੱਲ ਰਹੀ ਹੈ ਸੂਰਜ ਪ੍ਰਕਾਸ਼ ਗ੍ਰੰਥ ਦੀ। ਤੋਂ ਅੱਗੇ ਚੱਲਦੇ ਹਾਂ। ਤੇ ਹੁਣ 10ਵੇਂ ਪਾਤਸ਼ਾਹ ਨੂੰ ਦੇਵੀ ਦੇ ਪੁੱਤਰ ਬਣਾਤਾ ਕਵੀ ਨੇ, ਦੁਰਗਾ ਦੇ ਪੁੱਤਰ ਬਣਾਤਾ ਤੇ ਗੱਲਾਂ ਕਰਾਤੀਆਂ ਸੁਪਨੇ ਵਿੱਚ। ਤੋ 5ਵੇਂ ਬੰਦ ਵਿੱਚ ਫਿਰ ਦੁਰਗਾ ਕਹਿੰਦੀ ਆ, ਸਫਲ ਮਨੋਰਥ ਕਰੋ ਤੁਹਾਰਾ ਦੈਹੋਂ ਬਾਰ ਜਿਮ ਰਿਜੇ ਹਿਰਦੇ ਮਝਾਰਾ ਸੁਪਤੈ ਸਵਾ ਜਾਮ ਕੇ ਜਾਮੂ ਉੱਠੇ ਸੁਪਨ ਜਾਣਿਓ ਅਵਿਰਾਮੂ। ਤੇ 5ਵਾਂ ਬੰਦ ਹੈ ਤੇ ਇਹਦੇ ਵਿੱਚ ਕਿਹਾ ਕਿ ਤੁਹਾਡਾ ਮੈਂ ਮਨੋਰਥ ਪੂਰਾ ਕਰੂੰਗੀ। ਦੇਵੀ ਕਹਿੰਦੀ ਆ ਤੇ ਵੈਸਾ ਹੀ ਵਰ ਦੇਵਾਂਗੀ ਜਿਵੇਂ ਤੁਹਾਡੇ ਹਿਰਦੇ ਵਿੱਚ ਤੁਸੀਂ ਧਾਰਨ ਕੀਤਾ। 100 ਪੈਰ ਰਾਤ ਰਹਿੰਦੀ ਸੀ
ਤਾਂ ਗੁਰੂ ਜੀ ਉਸ ਸਮੇਂ ਸੁੱਤੇ ਪਏ ਸਨ ਤੇ ਸੁੰਦਰ ਸੁਪਨਾ ਜਾਣ ਕੇ ਗੁਰੂ ਜੀ ਉੱਠ ਪਏ। ਤੋ ਇਸ ਤਰ੍ਹਾਂ ਵਰ ਦੇਣ ਦੀ ਗੱਲ ਵੀ ਆ ਗਈ। ਫਿਰ ਨੰਬਰ 10 ਵੱਲ ਚੱਲਦੇ ਹਾਂ ਕਿ ਕਵੀ ਕਹਿੰਦਾ ਗੁਰੂ ਜੀ ਅਖੇ 12 ਪਹਿਰ ਲਗਾਤਾਰ ਬੈਠਣ ਲੱਗ ਪਏ। 12 ਪਹਿਰ ਦਾ ਮਤਲਬ ਪਿਆਰੇ ਹੁੰਦਾ, ਇੱਕ ਪਹਿਰ 3 ਘੰਟੇ ਦਾ ਹੁੰਦਾ, ਤੋ 12 ਤੀਆ 36 ਘੰਟੇ ਲਗਾਤਾਰ ਗੁਰੂ ਜੀ ਨੂੰ ਇੱਥੇ ਕਵੀ ਬਿਠਾਲ ਰਿਹਾ ਆ 10ਵੇਂ ਬੰਦ ਵਿੱਚ। ਦੁਆਦਸ਼ ਜਾਮੇ ਕੋ ਇੱਕ, ਦੁਆਦਸ਼ ਦਾ ਮਤਲਬ 12 ਪਹਿਰ ਗੁਰੂ ਜੀ ਤੋਂ ਬਿਠਾ ਰਿਹਾ, ਇੱਕ ਆਸਣ ਵਿੱਚ ਬਿਠਾ ਰਿਹਾ 36 ਘੰਟੇ ਲਗਾਤਾਰ। ਹੋਮ ਕरें बड़ लाड प्रकाशन अमृत वेले बैठन करें संध्या लाग एक सामी थिरे। तो ये 10वां बंद है ਜਿਹਦਾ ਮਤਲਬ ਹੈ 12 ਪਹਿਰ ਦਾ ਇੱਕ ਆਸਣ ਕਰਨ ਲੱਗ ਪਏ ਗੁਰੂ ਜੀ। ਕਵੀ ਕਹਿੰਦਾ ਹਵਨ ਕਰਦੇ ਸੀ, ਸਮੱਗਰੀ ਪਾਉਂਦੇ, ਬੜੀ ਉੱਚੀ ਲਾਟ ਵਿੱਚੋਂ ਨਿਕਲਦੀ ਸੀ ਤੇ ਅੰਮ੍ਰਿਤ ਵੇਲੇ ਬੈਠ ਜਾਂਦੇ ਹਵਨ ਕਰਨ ਦੇ, ਸ਼ਾਮ ਤੱਕ ਇਦਾਂ ਹੀ ਬੈਠੇ ਰਹਿੰਦੇ। 36 ਘੰਟੇ ਨੂੰ ਪੂਰੇ ਕਿੱਦਾਂ ਕਰਦੇ ਆ ਇਹ ਕਵੀ ਗਾਂ ਫਿਰ ਇਹਦਾ ਖੁਲਾਸਾ ਗਾਂ ਕਰੀ ਜਾਂਦਾ 11 ਨੰਬਰ 12 ਨੰਬਰ ਵਿੱਚ 13 ਨੰਬਰ ਵਿੱਚ ਤੇ 14 ਨੰਬਰ ਵਿੱਚ ਕਹਿੰਦਾ ਵੇ ਗੁਰੂ ਜੀ ਪੂਰੀ ਤਰ੍ਹਾਂ ਲੀਨ ਹੋ ਚੁੱਕੇ ਆ ਦੁਰਗਾ ਮਾਤਾ ਵਿੱਚ। ਇਹ 14 ਨੰਬਰ ਜਿਹੜਾ ਬੰਦ ਹੈ ਇੱਥੋਂ ਸ਼ੁਰੂ ਹੁੰਦਾ। ਮਹਾ ਉਗਰ ਤਪ ਤਾਪਨ ਕਰਹੀ ਰਹਿਣ ਦਿਨਾ ਮਨ ਧਿਆਨ ਸੋ ਧਰਹੀ ਚਤੁਰਭੁਜੀ ਮੈਂ ਬਿਤੀ ਠਹਿਰਾਈ ਭੋ ਭੇ ਇੱਕ ਰੂਪ ਨਾ ਅੰਤਰ ਰਾਈ। ਭੇ ਦਾ ਮਤਲਬ ਭੈ ਇੱਕ ਰੂਪ ਹੋ ਗਿਆ ਦੁਰਗਾ ਨਾਲ ਆ ਕੇ ਇੱਕ ਰੂਪ ਹੋ ਗਏ ਤੇ ਕੋਈ ਭੇਦ ਨਹੀਂ ਰਿਹਾ। ਜਿਹੜੀ ਦੁਰਗਾ ਸੀ ਗੁਰੂ ਜੀ ਦੁਰਗਾ ਹੀ ਬਣ ਗਿਆ ਇੱਕ ਤਰ੍ਹਾਂ ਦੀ। ਚਤੁਰਭੁਜੀ ਜਿਹੜੀ ਸੀ 4 ਬਾਹਾਂ ਵਾਲੀ ਇਹ ਦੁਰਗਾ ਜਿਹੜੀ ਸ਼ੇਰ ਦੀ ਸਵਾਰੀ ਕਰਦੀ ਆ ਤੇ ਇਹਦੇ ਵਿੱਚ ਉਹਨਾਂ ਨੇ ਆਪਣੀ ਬਿਰਤੀ ਜੋੜ ਲਈ। ਇਹ ਕਵੀ ਦੇ ਵਿਚਾਰ 10ਵੇਂ ਪਾਤਸ਼ਾਹ ਬਾਰੇ ਪਿਆਰਿਓ। ਇਹ ਸੋਚੋ ਕਿ ਕਵੀ ਜਿਹੜਾ 10ਵੇਂ ਪਾਤਸ਼ਾਹ ਨੂੰ ਕੀ ਸਮਝ ਰਿਹਾ, ਇਹ ਸਿੱਖੀ ਨੂੰ ਕਿੱਧਰਲੇ ਪਾਸੇ ਲੈ ਕੇ ਜਾ ਰਿਹਾ। ਤੋਂ ਅੱਗੇ ਚੱਲਦੇ ਆਪਾਂ 14 ਨੰਬਰ ਬੰਦਵਾਲ केतक दिन इस विधि को करके करत प्रसन्न चंडी हित धरकै पुन गुर अपर नेम को लागे सवा जाम जामन ते जागे। ते बंद नंबर ये 15 आ ते 14 ਜਿਹੜਾ ਇਹ ਵੀ ਪੜ੍ਹ ਲਈਏ। ਮਹਾ ਉਗਰ ਤਪ ਤਾਪਨ ਕਰਹੀ ਜਾਂ ਇਹ 14 ਨੰਬਰ ਵਿੱਚ ਗੁਰੂ ਜੀ ਨੂੰ ਲਿਖਿਆ ਕਿ ਦੁਰਗਾ ਵਿੱਚ ਪੂਰੇ ਲੀਨ ਹੋ ਗਿਆ। ਮਹਾ ਵਿਕਰਾਲ ਤਪ ਕਰਨ ਲੱਗ ਪਏ। ਹਾਲਾਂਕਿ ਜਿਹੜਾ ਹੱਠ ਕਰਕੇ ਤਪ ਕਰਨਾ ਇਹ ਸਿੱਖੀ ਦਾ ਕੋਈ ਸਿਧਾਂਤ ਨਹੀਂ ਹੈ। ਦਿਨ ਰਾਤ ਮਨ ਵਿੱਚ ਧਿਆਨ ਧਾਨ 4 ਬਾਹਾਂ ਵਾਲੀ ਜਿਹੜੀ ਦੁਰਗਾ ਸੀ ਉਹਦੇ ਵਿੱਚ ਆਪਣਾ ਇਹਨਾਂ ਧਿਆਨ ਜੋੜ ਲਿਆ। ਅੱਗੇ ਆਪਾਂ ਚੱਲਦੇ ਹਾਂ 17 ਨੰਬਰ ਵਿੱਚ ਨੈਣੇ ਦਾ ਟਿੱਲਾ ਜਿੱਥੇ ਇਹ ਸਾਰਾ ਕੁਝ ਚੱਲ ਰਿਹਾ। गिर पर ही बासा बो करें आए कदाचित आनंदपुरे पूर्व देश आदि बंगाला उत की संगत मेल विशाला। ਇਹ ਨੰਬਰ 17 ਆ। ਇਹਦੇ ਵਿੱਚ ਕਵੀ ਕਹਿੰਦਾ ਕਿ ਪਹਾੜ ਉੱਤੇ ਉਹਨਾਂ ਦਾ ਵਾਸਾ ਹੋ ਗਿਆ। ਫਿਰ ਆਨੰਦਪੁਰ ਬਹੁਤ ਘੱਟ ਜਾਂਦੇ ਸੀ, ਕਦੀ ਕਦੀ ਜਾਂਦੇ ਸਨ ਤੇ ਪਹਾੜ ਦੇ ਉੱਤੇ ਹੀ ਆਪਣਾ ਵਾਸਾ ਉਹਨਾਂ ਨੇ ਕਰ ਲਿਆ। ਤੇ ਪੂਰਬ ਦੇਸ਼ ਬੰਗਾਲ ਆਦਿ ਸੰਗਤ ਜਿਹੜੀ ਆਉਂਦੀ ਸੀ ਕਿ ਉੱਥੇ ਹੀ ਆ ਕੇ ਮਿਲਦੀ ਸੀ ਪਹਾੜ ਦੇ ਉੱਤੇ ਨਿਆਣੇ ਦੇ ਟਿੱਲੇ ਉੱਤੇ। ਤੋ ਇਸ ਤਰ੍ਹਾਂ ਅੱਗੇ ਆਪਾਂ ਚੱਲਦੇ ਹਾਂ ਬੰਦ ਨੰਬਰ 19 ਵੱਲ ਜਿੱਥੇ ਲਿਖਿਆ ਆਨ ਆਨੰਦਪੁਰ ਡੇਰਾ ਕੀਨਾ। ਇੱਕ ਦਿਨ ਅਨੰਦਪੁਰ ਚਲੇ ਗਏ। ਸਿੱਖ ਹਜ਼ਾरों ਬੜੇ ਬਰਬੀਨਾ ਸੁਣਿਓ ਸਭਨ ਸਤਗੁਰ ਗਿਰ ਪਰ ਹੈ ਜਗਦੰਬਾ ਕੋ ਪੂਜਨ ਕਰ ਹੈ। ਸਾਰੇ ਸਿੱਖਾਂ ਨੂੰ ਪਤਾ ਲੱਗ ਗਿਆ ਗੁਰੂ ਜੀ ਜਗਦੰਬਾ ਦੀ ਪੂਜਾ ਕਰਦੇ ਆ। ਤੋ ਕਵੀ ਨੇ ਸਿੱਖਾਂ ਨੂੰ ਵੀ ਬੇਵਕੂਫ ਬਣਾ ਦਿੱਤਾ ਜਿਹੜੇ ਇੰਨੇ ਚਿਰ ਤੋਂ ਗੁਰਬਾਣੀ ਨਾਲ ਜੁੜੇ ਹੋਏ ਆ, ਜਿਨ੍ਹਾਂ ਨੂੰ ਪਤਾ ਕਿ ਦੇਵੀ ਦੀ ਪੂਜਾ ਜਿਹੜਾ ਸਿੱਖੀ ਦਾ ਕੋਈ ਸਿਧਾਂਤ ਨਹੀਂ। ਤੇ ਸਿੱਖਾਂ ਨੂੰ ਵਿੱਚ ਲਪੇਟ ਰਿਹਾ ਕਿ ਸਿੱਖ ਜਿਹੜੇ ਆ ਉਹਨਾਂ ਨੂੰ ਸਾਰਿਆਂ ਨੂੰ ਪਤਾ ਲੱਗਦਾ ਵੀ ਗੁਰੂ ਜੀ ਦੇਵੀ ਦੀ ਪੂਜਾ ਕਰ ਰਿਹਾ, ਜਗਦੰਬੇ ਦੀ ਪੂਜਾ ਕਰ ਰਿਹਾ ਤੇ ਪਹਾੜ ਉੱਤੇ ਪੂਜਾ ਕਰ ਰਿਹਾ। ਇਹਦੇ ਨਾਲ ਸਿੱਖਾਂ ਨੂੰ ਨਾਰ ਲਾਤਾ ਵੀ ਗੁਰੂ ਜੀ ਪੂਜਾ ਕਰ ਰਿਹਾ ਤੇ ਸਿੱਖ ਵੀ ਸਾਰੇ ਇਹ ਕਹਿੰਦੇ ਆ ਵੀ ਵਧੀਆ ਗੱਲ ਕਰ ਰਿਹਾ ਗੁਰੂ ਜੀ। ਸਿੱਖਾਂ ਨੂੰ ਵੀ ਇੱਥੇ ਇਸਨੇ ਮੂਰਖ ਬਣਾਇਆ। ਅੱਗੇ ਆਪਾਂ ਚੱਲਦੇ ਹਾਂ ਹੁਣ ਨੰਬਰ 34 ਵੱਲ। ਇਹ ਸਾਰਾ ਕੁਝ ਚੱਲ ਰਿਹਾ ਪੂਜਾ ਦਾ ਸਿਲਸਿਲਾ ਚੱਲ ਰਿਹਾ ਤੇ 34 ਨੰਬਰ ਬੰਦ ਜਿਹੜਾ ਆ ਇਹਦੇ ਵੱਲ ਚੱਲਦੇ ਹਾਂ। ਤੇ ਕਵੀ ਕਹਿੰਦਾ ਗੁਰੂ ਜੀ ਨੇ ਸਵਾਸ ਆਪਣੇ 10ਵੇਂ ਦੁਆਰ ਚੜਾ ਲੈ ਗਿਰ ਪਰ ਵਾਸਾ ਕਰੇ ਕਨੇਰੇ ਇੱਕ ਲਿਵ ਲਾਗੀ ਵਧੇ ਵਧੇਰੇ ਸੁਰਤ ਸੰਕੋਚ ਦੁਆਰ 10 ਸਵਾਸ
10ਵੇਂ ਦੁਆਰ ਵਿੱਚ ਆਪਣੇ ਸੁਰਤੀ ਸੰਕੋਚ ਕੇ 10ਵੇਂ ਦੁਆਰ ਵਿੱਚ ਆਪਣੇ ਸਵਾਸ ਚੜਾ ਲੈਂਦੇ, ਕਰੇ ਟਿਕਾਵਨ ਧਿਆਨ ਪ੍ਰਕਾਸ਼। ਤੋ ਇਸ ਤਰ੍ਹਾਂ ਇੱਥੇ ਜੋ ਜੋਗੀਆਂ ਵਾਲੀਆਂ ਸਿੱਧਾਂ ਵਾਲੀਆਂ ਕਰਾਮਾਤਾਂ ਸਵਾਸ 10ਵੇਂ ਦੁਆਰ ਚੜਾਉਣੇ, ਇਹ ਕਵੀ ਜਿਹੜਾ ਹੈ ਇਹ ਗੁਰੂ ਪਾਤਸ਼ਾਹ ਨਾਲ ਵੀ ਇੱਥੇ ਜੋੜ ਰਿਹਾ ਕਿ ਆਪਣੇ ਸਵਾਸ 10ਵੇਂ ਦੁਆਰ ਚੜਾ ਕੇ ਬੈਠੇ ਰਹਿੰਦੇ ਸਨ ਤੇ ਦੇਵੀ ਵਿੱਚ ਆਪਣੀ ਸੁਰਤ ਜੋੜ ਕੇ ਉਹ ਧਿਆਨ ਟਿਕਾਉਂਦੇ ਰਹਿੰਦੇ ਸਨ। ਤੋ ਅੱਗੇ ਆਪਾਂ ਚੱਲਦੇ ਹਾਂ ਬੰਦ ਨੰਬਰ 39 ਵੱਲ। 39 ਨੰਬਰ ਬੰਦ ਕੀ ਕਹਿੰਦਾ, ਜੋ ਪਰਮੇਸ਼ਵਰੀ ਆਦਿ ਸ਼ਕਤੀ ਹੈ। ਇੱਥੇ ਕਵੀ ਕਹਿੰਦਾ ਜਿਹੜੀ ਪਰਮੇਸ਼ਵਰੀ ਦੁਰਗਾ ਦੇਵੀ ਹੈ ਇਹਨੂੰ ਪਰਮੇਸ਼ਵਰੀ ਕਹਿੰਦਾ। ਰੱਬ ਦਾ ਨਾਂ ਤਾਂ ਪਰਮੇਸ਼ਰ ਹੈ, ਗੁਰੂ ਪਰਮੇਸ਼ਰ ਹੈ, ਤੇ ਇੱਥੇ ਕਿਉਂਕਿ ਇਹ ਦੇਵੀ ਆ, ਪਾਰਵਤੀ ਆ, ਦੁਰਗਾ ਆ, ਭਗਵਤੀ ਆ, ਇਸ ਨੂੰ ਉਹ ਪਰਮੇਸ਼ਰੀ ਇੱਥੇ ਲਿਖ ਰਿਹਾ ਕਿਉਂਕਿ ਤੀਵੀਂ ਔਰਤ ਹੈ। ਜੋ ਪਰਮੇਸ਼ਰੀ ਇਹ ਆਦਿ ਸ਼ਕਤੀ ਹੈ, ਕਵੀ ਕਹਿੰਦਾ ਇਹ ਆਦਿ ਸ਼ਕਤੀ ਆ। ਆਦਿ ਸ਼ਕਤੀ ਮੈਨੇ ਸਭ ਤੋਂ ਜਿਹੜੀ ਮੁੱਢ ਵਿੱਚ ਸ਼ਕਤੀ ਪੈਦਾ ਹੋਈ ਉਹ ਕਿ ਦੁਰਗਾ ਸੀ, ਇਹ ਆਦਿ ਸ਼ਕਤੀ ਹੈ। ਜਦੋਂ ਕਿ ਗੁਰੂ ਗ੍ਰੰਥ ਸਾਹਿਬ ਜੀ ਲਿਖਿਆ ਆਦਿ ਸੱਚ ਜੁਗਾ ਆਦਿ ਸੱਚ, ਉੱਥੇ ਇਹ ਲਿਖਿਆ ਕਿ ਜਦੋਂ ਦੁਨੀਆ ਵਿੱਚ ਕੁਝ ਵੀ ਨਹੀਂ ਸੀ ਤਾਂ ਕੇਵਲ ਅਕਾਲ ਪੁਰਖ ਜਿਹੜਾ ਸੀ ਉਹ ਸ਼ਕਤੀ ਸੀ ਇੱਥੇ, ਪਰ ਇੱਥੇ ਕਵੀ ਕਹਿੰਦਾ ਨਹੀਂ, ਇੱਥੇ ਦੁਰਗਾ ਸ਼ਕਤੀ ਸੀ, ਉਹਨੂੰ ਆਦਿ ਸ਼ਕਤੀ ਲਿਖ ਰਿਹਾ ਇੱਥੇ। ਤਿਸੀ ਧਿਆਨ ਮੈਂ ਚਿਤ ਅਸ਼ਕਤ ਹੈ ਜਿਸੇ ਆਰਾਧੇ ਸ਼ਿਵ ਵਿਧੀ ਵਿਸ਼ਨੂੰ ਵਰਨ ਕੁਬੇਰ ਸੂਰ ਸ਼ਸ਼ੀ ਜਿਸਨੂੰ। ਤੇ ਬੰਦਰ 39 ਹੈ, ਕਵੀ ਦੁਰਗਾ ਦੀ ਸਿਫਤ ਕਰਦਾ ਕਹਿੰਦਾ ਜੋ ਮਹਾਮਾਇਆ ਹੈ ਇਹ ਦੁਰਗਾ ਹੀ ਆਦਿ ਸ਼ਕਤੀ ਹੈ। ਉਹਦੇ ਧਿਆਨ ਵਿੱਚ ਚਿੱਤ ਮਗਨ ਹੈ ਗੁਰੂ ਜੀ ਦਾ, ਜਿਸ ਦੀ ਆਰਾਧਨਾ ਸ਼ਿਵ ਜੀ ਵੀ ਕਰਦਾ, ਬ੍ਰਹਮਾ ਵਿਸ਼ਨੂੰ ਕਰਦੇ ਆ, ਵਰਣ ਕੁਬੇਰ ਸੂਰਜ ਚੰਦ ਸ਼ੇਸ਼ਨਾਗ, ਇਹ ਸਾਰੇ ਜਿਹੜੀ ਦੁਰਗਾ ਨੂੰ ਪੂਜਦੇ ਆ ਤੇ ਉਸ ਦੁਰਗਾ ਵਿੱਚ ਗੁਰੂ ਜੀ ਨੇ ਆਪਣਾ ਚਿੱਤ ਜੋੜਿਆ ਹੋਇਆ। ਇਹ 39 ਨੰਬਰ ਬੰਦ ਹੈ। ਅੱਗੇ 40 ਨੰਬਰ ਬੰਦ ਜਿਹੜਾ ਹੈ, ਇੱਥੋਂ ਫਿਰ ਸਿਫਤਾਂ ਸ਼ੁਰੂ ਹੁੰਦੀਆਂ ਦੁਰਗਾ ਦੀਆਂ ਤੇ ਇਹ ਚੱਲਦੀਆਂ ਅੱਗੇ 43 ਨੰਬਰ ਤੱਕ। ਸਭ ਸੁਰ ਰਚਕ ਭੱਛਕ ਦੁਸ਼ਟਨੀ ਜਨ ਕੇ ਸੁਖ ਦਾ ਕਟੈ ਅਰਿਸ਼ਟਨੀ। ਇਹ ਰਿਸ਼ਟਨੀ ਪੁਸ਼ਟਨੀ ਸਾਰਾ ਜਾਪ ਵਿੱਚ ਵੀ ਆਉਂਦਾ ਆ, ਰਿਸ਼ਟਨੀ ਪੁਸ਼ਟਨੀ, ਤੇ ਇਹ ਸੂਰ ਆਪਣੇ ਦਸ਼ਮ ਗ੍ਰੰਥ ਵਿੱਚ ਵੀ ਆਉਂਦਾ ਵੀ ਇਹਨੂੰ ਰਿਸ਼ਟਨੀ ਪੁਸ਼ਟਨੀ ਕਿਹਾ ਗਿਆ ਦੁਰਗਾ ਨੂੰ, ਰਿਸ਼ਟਨੀ। ਸ਼ੇਸ਼ ਸ਼ਾਏ ਸ਼ੇਖ ਸ਼ਾਏ ਮੈਂ ਜੋ ਲੈ ਭਈ ਵਿਧੀ ਕੀ ਰਚਿਆ ਹਿਤ ਨਿਕਸਈ। ਇਹ ਬੰਦ ਨੰਬਰ 39 ਹੈ, ਜਿਹਦਾ ਮਤਲਬ ਹੈ ਮਾਇਆ। ਇਹ ਬੰਦ ਨੰਬਰ 40 ਹੈ, ਜਿਹਦਾ ਮਤਲਬ ਹੈ ਕਿ ਇਹ ਸਾਰੇ ਦੇਵਤਿਆਂ ਦੀ ਜਿਹੜੀ ਰੱਖਿਆ, ਦੁਰਗਾ ਸਾਰੇ ਦੇਵਤਿਆਂ ਦੀ ਰਾਖੀ ਕਰਦੀ ਆ, ਦੁਸ਼ਟਾਂ ਨੂੰ ਖਾਣ ਵਾਲੀ ਆ, ਗਰੀਬਾਂ ਨੂੰ ਸੁੱਖ ਦਿੰਦੀ ਆ ਤੇ ਕਸ਼ਟ ਦੂਰ ਕਰਦੀ ਆ। ਸ਼ੇਸ਼ ਨਾਗ ਉੱਪਰ ਸੌਂਦੀ ਹੈ ਤੇ ਵਿਸ਼ਨੂੰ ਵਿੱਚ ਲੀਨ ਰਹਿੰਦੀ ਆ, ਜਿਹੜੀ ਬ੍ਰਹਮਾ ਦੀ ਰੱਖਿਆ ਵਾਸਤੇ ਨਿਕਲੀ ਸੀ, ਅੱਗੇ ਵਿਸ਼ਨੂੰ ਵਿੱਚ ਜਿਹੜੀ ਲੀਨ ਹੋਈ ਆ। ਪਿੱਛੇ ਕਵੀ ਕਹਿੰਦਾ ਵਿਸ਼ਨੂੰ ਉਹਦੀ ਪੂਜਾ ਕਰਦਾ ਆ, ਸ਼ਿਵ ਵੀ ਪੂਜਾ ਕਰਦਾ, ਇੱਥੇ ਕਹਿੰਦਾ ਕਿ ਦੁਰਗਾ ਜਿਹੜੀ ਵਿਸ਼ਨੂੰ ਵਿੱਚ ਲੀਨ ਹੋਈ ਫਿਰਦੀ ਹੈ। ਤਾਂ ਇਹ 40 ਨੰਬਰ ਹੈ। ਅੱਗੇ ਪਿਆਰਿਓ 40 ਤੋਂ ਬਾਅਦ 41 42 43 44 ਇੱਥੇ ਫਿਰ ਦੁਰਗਾ ਦੀਆਂ ਸਿਫਤਾਂ ਦੇ ਪੁਲ ਬੰਨੇ ਪਏ ਆ। ਮਧੂ ਕੈਟਵ ਕੀ ਮਰਦਨ ਕਰਤਾ, ਪੂਨਮ ਮਹਿਖਾਸੁਰ ਕੀ ਰਣ ਧਰਤਾ, ਧੁੰਮਰ ਨੈਣ ਕੀ ਪ੍ਰਾਨਨ ਹਰਤਾ, ਚੰਡ ਮੁੰਡ ਕੀ ਨਿਜ ਕੀ ਓਜ ਨਿਵਰਤਾ। ਤੋ ਇਹ ਸਾਰੀਆਂ ਗੱਲਾਂ ਜਿਹੜਾ ਚੰਡੀ ਚਰਿੱਤਰ ਹੈ ਉਹਦੇ ਵਿੱਚ ਆ ਚੁੱਕੇ ਦਸ਼ ਗ੍ਰੰਥ ਵਿੱਚ, ਜਿਹਨੂੰ ਦੁਰਗਾ ਕੀ ਵਾਰ ਕਹਿੰਦੇ ਆ ਆਪਾਂ। ਅਸਲੀ ਨਾਂ ਦੁਰਗਾ ਕੀ ਵਾਰ, ਜਿਹਨੂੰ ਲੋਕ ਚੰਡੀ ਦੀ ਵਾਰ ਕਹਿੰਦੇ ਆ, ਜਾਂ ਬਾਰਸ਼ੀ ਭਗਵਤੀ ਜੀ ਕਹਿਣ ਲੱਗੇ ਬਦਲ ਕੇ ਨਾਂ ਰੱਖ ਦਿੱਤਾ, ਉਹਦਾ ਨਾਂ ਸੀ ਵਾਰ ਦੁਰਗਾ ਕੀ। ਉਹਦੇ ਵਿੱਚ ਸਾਰੀਆਂ ਗੱਲਾਂ ਲਿਖੀਆਂ, ਮਧੂ ਕੈਟਵ ਨੂੰ ਮਾਰਨ ਵਾਲੀ ਦੁਰਗਾ, ਮਹਿਖਾਸੁਰ ਨੂੰ ਮਾਰਿਆ, ਧੁੰਮਰ ਨੈਣ ਨੂੰ ਮਾਰਿਆ, ਚੰਡ ਮੁੰਡ ਨੂੰ ਮਾਰਿਆ। ਇਹ ਸਾਰੀਆਂ ਸਿਫਤਾਂ ਕਵੀ ਇੱਥੇ ਆ ਕੇ ਉਸੇ ਦਸ਼ ਗ੍ਰੰਥ ਵਾਲੀਆਂ ਇੱਥੇ ਦੁਰਗਾ ਦੀਆਂ ਕਰਦਾ ਕਿ ਇਹਨੇ ਬਹੁਤ ਸਾਰੇ ਸੋਮਨ ਸੋਂਭ ਇਹਨਾਂ ਨੂੰ ਮਾਰਿਆ ਤੇ ਉਹਨਾਂ ਤੇ ਜਿੱਤ ਪ੍ਰਾਪਤ ਕੀਤੀ ਹੈ। ਤਾਂ ਅੱਗੇ ਜੋ 44 ਨੰਬਰ ਬੰਦ ਹੈ, ਇਹਦੇ ਵਿੱਚ ਫੇਰ ਕੀ ਲਿਖਦਾ ਹੈ ਕਵੀ, ਤਾਹੇ ਆਰਾਧਨ ਤਤਪਰ ਹੋਏ, ਕਿ ਗੁਰੂ ਜੀ ਇਹ ਦੁਰਗਾ ਦੀ ਪੂਜਾ ਵਿੱਚ ਇਹਨੂੰ ਆਰਾਧਨ ਵਾਸਤੇ ਲਗਾਤਾਰ ਲੱਗੇ ਹੋਏ ਆ। ਕਿੱਥੇ ਰੱਬ, ਕਿੱਥੇ ਅਕਾਲ ਪੁਰਖ, ਗੁਰੂ ਜੀ ਤਾਂ ਆਪ ਹੀ ਅਕਾਲ ਪੁਰਖ ਸੀਗੇ। ਬਾਣੀ ਸਾਫ਼ ਕਹਿੰਦੀ ਆ ਗੁਰੂ ਪਰਮੇਸ਼ਰ ਬਾਣੀ ਕਹਿੰਦੀ ਹੈ ਵੀ ਗੁਰੂ ਪਰਮੇਸ਼ਰ ਵੀ ਹੈ।
ਤੇ ਇੱਥੇ ਗੁਰੂ ਜੀ ਨੂੰ ਕਿੱਧਰ ਲਿਜਾ ਰਿਹਾ ਇਹ, ਅਖੇ ਦੇਵੀ ਦੀ ਪੂਜਾ ਵਿੱਚ ਜੁੱਟੇ ਹੋਏ ਆ। ਇੰਨੀ ਬਾਣੀ ਜਿਹੜੀ ਗੁਰੂ ਪਾਤਸ਼ਾਹ ਕੋਲ ਆਈ ਆ, ਪਹਿਲੇ ਪਾਤਸ਼ਾਹ ਕੋਲੋਂ ਹੁੰਦੀ ਹੋਈ ਜੋ ਬੀੜ ਹੈ, ਕਰਤਾਰਪੁਰੀ ਬੀੜ, ਇਹ ਸਾਰੀ ਬਾਣੀ ਜਿਹੜੇ ਗੁਰੂ ਜੀ ਪਾਸ ਹੁੰਦਿਆਂ ਹੋਇਆਂ ਵੀ ਇਹ ਗੁਰੂ ਜੀ ਨੂੰ ਦੁਰਗਾ ਦੀ ਪੂਜਾ ਵਿੱਚ ਲਾ ਰਿਹਾ। ਇਹ ਤੋਂ ਵੱਧ ਭੈੜੀ ਗੱਲ ਜਿਹੜੀ ਆ ਨਰਾਦਰੀ ਵਾਲੀ ਹੋਰ ਕੀ ਹੋ ਸਕਦੀ ਆ। ਥਾਂ ਥਾਂ ਦੇ ਉੱਤੇ ਇਸ ਤਰ੍ਹਾਂ ਕਵੀ ਨੇ ਗੁਰੂ ਜੀ ਬਾਰੇ, ਨਰਾਦਰੀ ਦੇ ਬਾਰੇ ਇਹ ਛੰਦ ਲਿਖਿਆ। ਤਾਂ ਹੈ ਰਾਧਨ ਤਤਪਰ ਹੋਏ, ਤਪਨੇ ਜਾਵਦ ਨਹੀਂ ਜੋਏ, ਧਿਆਨ ਪਰਾਇਣ ਕਰਨ ਪ੍ਰਤੱਛ, ਦਰਸ਼ਨ ਬਲੋਚਨ ਗੋਚਰ ਸਵੱਛ। ਤੇ ਇਹਦਾ ਮਤਲਬ ਕੀ ਹੈ? ਇਹ 44 ਨੰਬਰ ਹੈ। ਗੁਰੂ ਜੀ ਉਸ ਦੀ ਆਰਾਧਨਾ ਕਰਨ ਵਾਸਤੇ ਉਤਾਵਲੇ ਪਏ ਹੋਏ ਆ, ਦੁਰਗਾ ਦੀ ਆਰਾਧਨਾ ਵਾਸਤੇ। ਜਦ ਤੱਕ ਦਰਸ਼ਨ ਨਹੀਂ ਹੁੰਦੇ ਬੜੇ ਉਤਾਵਲੇ ਆ, ਤਦ ਤੱਕ ਆਰਾਧਨਾ ਕਰਦੇ ਰਹਿਣਗੇ। ਕਵੀ ਕਹਿੰਦਾ ਪ੍ਰਤੱਖ ਕਰਨ ਦੇ ਧਿਆਨ ਪ੍ਰਾਇਣ ਹੋਏ ਹਨ, ਆਪਣੇ ਨੇਤਰਾਂ ਨਾਲ ਉਸ ਦੇ ਪ੍ਰਤੱਖ ਦਰਸ਼ਨ ਕਰਨਾ ਚਾਹੁੰਦੇ ਹਨ। ਦਰਸ਼ ਬਿਲੋਚਨ ਗੋਚਰ ਸਵੱਛ, ਤੇ ਆਪਣੇ ਨੇਤਰਾਂ ਨਾਲ ਉਹ ਦੇਵੀ ਦੇ ਦਰਸ਼ਨ ਕਰਨਾ ਚਾਹੁੰਦੇ ਹਨ। ਇਹ ਹੈ ਕਵੀ ਜਿਹੜਾ ਸੂਰਜ ਪ੍ਰਕਾਸ਼ ਦਾ ਲਿਖਾਰੀ ਸੰਤੋਖ ਸਿੰਘ 10ਵੇਂ ਪਾਤਸ਼ਾਹ ਬਾਰੇ ਇਹ ਇੱਦਾਂ ਦੇ ਘਟੀਆ ਵਿਚਾਰ ਜਿਹੜਾ ਉਹ ਲਿਖ ਕੇ ਚਲਾ ਗਿਆ, ਐਡਾ ਬੜਾ ਗ੍ਰੰਥ ਬਣਾਇਆ। ਤੇ ਹੁਣ ਤੱਕ ਇਹ ਗੱਲਾਂ ਸਾਰੀਆਂ ਲੁਕੀਆਂ ਹੋਈਆਂ ਪਈਆਂ, ਕਿਸੇ ਨੂੰ ਨਹੀਂ ਪਤਾ ਕਿ ਇਹ ਗੱਲਾਂ ਜਿਹੜੀਆਂ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਵੀ ਲਿਖੀਆਂ ਹੋਈਆਂ। ਸਾਰੇ ਇਹੀ ਕਹਿੰਦੇ ਬੜਾ ਵਧੀਆ ਗ੍ਰੰਥ ਹੈ, ਇਹ 10ਵਾਂ ਪਾਤਸ਼ਾਹ ਜੀਵਨ ਲਿਖਿਆ ਆ, ਬਹੁਤ ਵੱਡਾ ਮਹਾਨ ਕੰਮ ਕੀਤਾ। ਠੀਕ ਹੈ, ਇਹ ਮਹਾਨ ਕੰਮ ਸੀ, ਪਰ ਜਿਹੜੇ ਇੱਦਾਂ ਦੇ ਵਿਚਾਰ ਜਿਹੜੇ ਲਿਖ ਕੇ ਇਹ ਮਹਾਨ ਕੰਮ ਜਿਹੜਾ ਉਹ ਆਪਣਾ ਉਹ ਖੂਹ 'ਚ ਪਾ ਗਿਆ, ਜਿੱਥੇ ਗੁਰੂ ਪਾਤਸ਼ਾਹ ਦੀ ਇੰਨੀ ਨਰਾਦਰੀ ਦੇ ਉਹ ਛੰਦ ਲਿਖ ਗਿਆ, ਦੇਵੀ ਦੇ ਪੁਜਾਰੀ ਬਣਾ ਗਿਆ। ਤੋ ਇਸ ਤਰ੍ਹਾਂ ਇੱਥੇ ਲਿਖਿਆ ਇਤੀ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥੇ ਤ੍ਰਿਤੀਆ ਰੁੱਤੇ ਦੇਵੀ ਪ੍ਰਸੰਗ ਵਰਣਨ ਅੰਸ਼ੂ 9। ਤੇ ਇਹ 9ਵਾਂ ਅਧਿਆਇ ਸੀ ਪਿਆਰਿਓ, ਇੱਥੇ ਸਮਾਪਤ ਹੋਇਆ। ਇਸ ਤੋਂ ਬਾਅਦ ਇਹ ਕਹਾਣੀ ਅੱਗੇ ਅਗਾਂਹ ਫਿਰ ਤੁਰੀ ਜਾਂਦੀ ਹੈ, ਤੇ ਬਾਕੀ ਹਿੱਸਾ ਆਪਾਂ ਫੇਰ ਲਵਾਂਗੇ। ਫਤਿਹ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।